चलो ਅੱਜ ਆਪਾਂ ਸਟਾਰਟ ਕਰਾਂਗੇ ਕੈਲਰੀਮੈਟਰੀ ਜਿਹਦੇ ਚ ਅਸੀਂ ਕਨਸੈਪਟ ਆਫ ਹੀਟ ਪਹਿਲਾਂ ਸਿੱਖਾਂਗੇ। ਠੀਕ ਹੈ, ਦੇਖੋ ਹੀਟ ਕੀ ਕਨਸੈਪਟ ਹੈ। ਇਹਦੇ ਚ ਆਪਾਂ ਪੜ੍ਹਦੇ ਹਾਂ, ਦੇਖੋ ਜਿਵੇਂ ਮੈਂ ਇੱਕ ਸਬਸਟੈਂਸ ਡਰਾ ਕੀਤਾ ਹੋਇਆ, ਹਰ ਸਬਸਟੈਂਸ ਦੇ ਅੰਦਰ ਕੀ ਹੁੰਦੇ ਨੇ, ਐਟਮਸ ਪ੍ਰੈਜ਼ੈਂਟ ਹੁੰਦੇ ਨੇ। ਐਟਮਸ ਨੂੰ ਇਕੱਠੇ ਮਿਲ ਕੇ ਅਸੀਂ ਮੋਲੀਕਿਊਲਸ ਬੋਲਦੇ ਹਾਂ। ਜਦੋਂ ਅਸੀਂ ਸਬਸਟੈਂਸ ਨੂੰ ਹੀਟ ਪ੍ਰੋਵਾਈਡ ਕਰਦੇ ਹਾਂ ਜਾਂ ਉਹਦੇ ਤੋਂ ਹੀਟ ਵਾਪਸ ਲੈ ਲੈਂਦੇ ਹਾਂ, ਅਗਰ ਆਪਾਂ ਉਹਨੂੰ ਗਰਮ ਕਰ ਰਹੇ ਹਾਂ ਤਾਂ ਇਹਦਾ ਮਤਲਬ ਅਸੀਂ ਉਸਨੂੰ ਹੀਟ ਪ੍ਰੋਵਾਈਡ ਕਰ ਰਹੇ ਹਾਂ। ਅਗਰ ਉਸਨੂੰ ਅਸੀਂ ਠੰਡਾ ਕਰ ਰਹੇ ਹਾਂ ਤਾਂ ਇਹਦਾ ਮਤਲਬ ਉਹਦੇ ਤੋਂ ਹੀਟ ਅਸੀਂ ਬਾਹਰ ਭੇਜ ਰਹੇ ਹਾਂ। ਇੱਕ ਹੁੰਦਾ ਐਬਜ਼ੌਰਬ ਕਰਵਾਉਣਾ, ਠੀਕ ਹੈ, ਇੱਕ ਹੁੰਦਾ ਐਗਜ਼ਿਟ ਕਰਨਾ। ਹੁਣ ਅਗਰ ਆਪਾਂ ਇਸ ਸਬਸਟੈਂਸ ਨੂੰ ਹੀਟ ਪ੍ਰੋਵਾਈਡ ਕਰਦੇ ਹਾਂ ਤਾਂ ਹੀਟ ਪ੍ਰੋਵਾਈਡ ਕਰਨ ਤੇ ਇਹਦੇ ਅੰਦਰ ਜਿਹੜੇ ਐਟਮਸ ਨੇ ਉਹ ਇੱਕ ਕਾਈਨੈਟਿਕ એનર્ਜੀ ਗੇਨ ਕਰ ਲੈਣਗੇ। ਉਹਨਾਂ ਦੇ ਕੋਲ ਇੱਕ એનર્ਜੀ ਆ ਜਾਏਗੀ, ਜਿਸ એનર્ਜੀ ਦੇ ਕਾਰਨ ਇਹ ਪਾਰਟੀਕਲਸ ਨੇ ਜਿਹੜੇ ਉਹ ਵਾਈਬ੍ਰੇਟ ਕਰਨਾ ਸ਼ੁਰੂ ਕਰ ਦੇਣਗੇ। ਆ ਗਿਆ ਸਮਝ? ਅਗਰ ਤੁਸੀਂ ਇਹਨਾਂ ਤੋਂ ਹੀਟ એનર્ਜੀ ਨੂੰ ਬਾਹਰ ਨਿਕਾਲ ਦਿਓ, ਹੀਟ એનર્ਜੀ ਕਲੈਕਟ ਕਰ ਲਓ, ਤਾਂ ਇਹਨਾਂ ਦੀ ਜਿਹੜੀ ਕਾਈਨੈਟਿਕ એનર્ਜੀ ਹੈ ਉਹ ਕਾਈਨੈਟਿਕ એનર્ਜੀ ਲੂਜ਼ ਹੋ ਜਾਏਗੀ। ਉਹ ਪਾਰਟੀਕਲਸ ਵਾਈਬ੍ਰੇਟ ਕਰਨਾ ਬੰਦ ਕਰ ਦੇਣਗੇ। ਸਟੇਟ ਆਫ ਮੈਟਰ ਦੇ ਅਕੋਰਡਿੰਗਲੀ ਬੋਲਿਆ ਜਾਂਦਾ ਹੈ ਐਵਰੀ ਪਾਰਟੀਕਲ ਆਲਵੇਜ਼ ਬੀ ਇਨ ਦਾ ਸਟੇਟ ਆਫ ਮੋਸ਼ਨ। ਵੀ ਇਸ ਪੈਨ ਦੇ ਅੰਦਰ ਵੀ ਜਿਹੜੇ ਪਾਰਟੀਕਲਸ ਨੇ ਉਹ ਇੱਕ ਟਾਈਪ ਦੇ ਮੋਸ਼ਨ ਦੇ ਅੰਦਰ ਨੇ। ਹਮੇਸ਼ਾ ਪਾਰਟੀਕਲਸ ਮੋਸ਼ਨ ਦੇ ਅੰਦਰ ਹੀ ਰਹਿੰਦੇ ਨੇ। ਬਸ ਉਹ ਤਿੰਨ ਤਰੀਕੇ ਨਾਲ ਗੱਲ ਨੂੰ ਬੋਲਿਆ ਜਾਂਦਾ ਹੈ ਵੀ ਸੋਲਿਡ ਦੇ ਅੰਦਰ ਪਾਰਟੀਕਲਸ ਬਹੁਤ ਘੱਟ ਮੋਸ਼ਨ ਹੁੰਦਾ ਹੈ, ਲਿਕੁਇਡ ਦੇ ਅੰਦਰ ਥੋੜਾ ਜ਼ਿਆਦਾ ਮੋਸ਼ਨ ਹੁੰਦਾ ਹੈ, ਔਰ ਗੈਸਸ ਦੇ ਅੰਦਰ ਮੋਸ਼ਨ ਬਹੁਤ ਜ਼ਿਆਦਾ ਹੁੰਦਾ ਹੈ। ਲੇਕਿਨ ਕੋਈ ਵੀ ਪਾਰਟੀਕਲ ਕਦੀ ਵੀ ਰੈਸਟ ਤੇ ਨਹੀਂ ਰਹਿੰਦਾ, ਆਲਵੇਜ਼ ਬੀ ਇਨ ਮੋਸ਼ਨ। ਜਦੋਂ ਤੁਸੀਂ ਉਹਨਾਂ ਨੂੰ ਹੀਟ ਪ੍ਰੋਵਾਈਡ ਕਰਦੇ ਹੋ ਤਾਂ ਉਹਨਾਂ ਦਾ ਮੋਸ਼ਨ ਇਨਕਰੀਜ਼ ਹੋ ਜਾਂਦਾ ਹੈ। ਆ ਗਿਆ ਸਮਝ? ਅਗਰ ਉਹਨਾਂ ਤੋਂ ਹੀਟ ਕਲੈਕਟ ਕਰ ਲੈਂਦੇ ਹੋ ਤਾਂ ਉਹਨਾਂ ਦਾ ਮੋਸ਼ਨ ਡਿਕਰੀਜ਼ ਹੋ ਜਾਂਦਾ ਹੈ। ਤਾਂ ਉਹਨਾਂ ਦਾ ਜਿਹੜਾ ਮੋਸ਼ਨ ਹੈ, ਅਬੇਦ ਸਮਝ ਆ ਰਿਹਾ ਨਾ, ਉਹਨਾਂ ਦਾ ਜਿਹੜਾ ਮੋਸ਼ਨ ਹੈ ਉਹ ਕਿਹਦੇ ਕਾਰਨ ਆ ਰਿਹਾ? ਹੀਟ એનર્ਜੀ ਦੇ ਕਾਰਨ। ਠੀਕ ਹੈ, ਇਹਨੂੰ ਅਸੀਂ ਕਨਸੈਪਟ ਆਫ ਹੀਟ ਦੇ ਅੰਦਰ ਪੜਾਂਗੇ। ਦੇਖੋ total energy in all the molecules of a substance is called thermal energy। स्वयं ਤੈਨੂੰ ਸਮਝ ਆਇਆ? ਠੀਕ ਹੈ, ਸੈਕਿੰਡ ਪੈਰਾਗ੍ਰਾਫ ਤੋਂ ਮੇਰੇ ਨਾਲ ਰੀਡ ਕਰੋ। A hot body has more internal energy than identical cold body। ਇੰਟਰਨਲ એનર્ਜੀ ਮਤਲਬ ਇਹ ਪਾਰਟੀਕਲਸ ਦੀ ਸਾਰੀ એનર્ਜੀ ਨੂੰ ਐਡ ਅਪ ਕਰ ਲੈਣਾ ਤਾਂ ਉਹਨੂੰ ਇੰਟਰਨਲ એનર્ਜੀ ਬੋਲਦੇ ਆ। ਥਰਮਲ એનર્ਜੀ ਮਤਲਬ, ਥਰਮਲ ਮਤਲਬ ਹੀਟ। ਕਹਿੰਦਾ ਇਸ ਜੈਸੇ ਹੀ, ਮਤਲਬ ਜੈਸਾ ਇਹ ਸਬਸਟੈਂਸ ਬਣਾਇਆ ਇਸ जैसा एक और सब्सटेंस बना लो रे। एक हॉट है और कोल्ड है, दोनों आइडेंटिकल सब्सटेंसेस ने, एक हॉट और दूसरा कोल्ड। पढ़ो आगे। व्हेन द हॉट बॉडी इज केप्ट इन कॉन्टैक्ट विद द कोल्ड बॉडी, इनू मैं हॉट बॉडी कंसीडर कर लेना और इहदे नाल इहदे जैसा ही सेम एक कोल्ड बॉडी जो कि ਇਹਦੇ ਨਾਲ ਕੰਟੈਕਟ 'ਚ ਰੱਖਿਆ ਹੋਇਆ ਹੈ। ਇੱਕ ਹੌਟ ਬੋਡੀ ਇੱਕ ਕੋਲਡ ਬੋਡੀ ਦੇ ਨਾਲ ਕੰਟੈਕਟ 'ਚ ਹੈ। ਪੜੋ ਹੁਣ ਅੱਗੇ। ਤਾਂ ਕੀ ਹੋਏਗਾ? ਕੱਲ ਅਸੀਂ ਥੋੜਾ ਜਿਹਾ ਇਹਦੇ ਬਾਰੇ ਡਿਸਕਸ ਕੀਤਾ ਸੀਗਾ। ਇੱਕ ਹੌਟ ਬੋਡੀ ਨੂੰ ਜਦੋਂ ਤੁਸੀਂ ਇੱਕ ਕੋਲਡ ਬੋਡੀ ਨਾਲ ਕੰਟੈਕਟ 'ਚ ਰੱਖਦੇ ਹੋ ਤਾਂ ਹੌਟ ਬੋਡੀ ਆਪਣੇ ਅੰਦਰੋਂ ਦੀ ਸਾਰੀ ਹੀਟ ਨਿਕਾਲ ਕੇ ਇਹਨੂੰ ਨਹੀਂ ਦੇ ਦੇਗੀ, ਕੁਝ ਅਮਾਉਂਟ ਆਫ थर्मल एनर्जी ਇਹਦੇ ਅੰਦਰ ट्रांसफर कर देगी। ਤਾਂ कोल्ड बॉडी गर्म होना शुरू हो जाएगी, हॉट बॉडी थोड़ा ठंडी हो जाएगी। सारी एनर्जी ਇਹਨੂੰ नहीं दे देगी। कितनी एनर्जी ट्रांसफर करेगी? जिन्नी देर तक दोनों बॉडीज का टेंपरेचर एक जैसा ना हो जाए। थर्मल एनर्जी ट्रांसफर होती है हॉट बॉडी टू कोल्ड बॉडी। हॉट बॉडी एनर्जी ਨੂੰ लॉस करती है और कोल्ड बॉडी एनर्जी ਨੂੰ गेन करती है। ਇਹ ਪ੍ਰੋਸੈਸ ਕਿੰਨੀ ਦੇਰ ਤੱਕ ਚੱਲੇਗਾ? ਜਿੰਨੀ ਦੇਰ ਤੱਕ ਦੋਨੋਂ ਬਾਡੀਜ਼ ਦਾ ਟੈਂਪਰੇਚਰ ਇੱਕ ਜੈਸਾ ਨਾ ਹੋ ਜੇ, ਤਾਂ ਕਿ ਮੈਂ ਕਿਸੇ ਨੂੰ ਵੀ ਹੌਟ ਔਰ ਕਿਸੇ ਨੂੰ ਵੀ ਕੋਲਡ ਨਾ ਕਹਿ ਪਾਵਾਂ, ਦੋਨਾਂ ਦਾ ਇੱਕ ਜੈਸਾ ਹੀ ਹੈ। ਆ ਗਿਆ ਤੁਹਾਨੂੰ ਸਮਝ? ਅੱਗੇ ਪੜ੍ਹਦੇ ਹਾਂ। There is a flow of energy from the hot body to cold body when they are in contact। ਠੀਕ ਹੈ, ਜਦੋਂ ਦੋਨੋਂ ਬਾਡੀਜ਼ ਨੂੰ ਤੁਸੀਂ ਇੱਕ ਦੂਜੇ ਨਾਲ ਕੰਟੈਕਟ 'ਚ ਰੱਖਦੇ ਹੋ ਤਾਂ ਹੀਟ ਫਲੋ ਸਟਾਰਟ ਹੋ ਜਾਂਦਾ ਹੈ। ਆ ਗਿਆ ਪੂਰਾ ਸਮਝ? ਹੁਣ ਜਦੋਂ ਅਸੀਂ ਬੈਂਚ ਨੂੰ ਹੱਥ ਲਗਾ ਕੇ ਦੇਖਦੇ ਹਾਂ ਤਾਂ ਬੈਂਚ ਸਾਨੂੰ ਠੰਡਾ ਲੱਗ ਰਿਹਾ ਹੈ, ਤਾਂ ਇਹਦਾ ਮਤਲਬ ਬੈਂਚ ਦੇ ਕੰਪੈਰੀਟਿਵਲੀ ਸਾਡੀ ਬਾਡੀ ਕੀ ਹੈ? ਹੌਟ ਬਾਡੀ ਹੈ। ਸਵਯੰ ਤੈਨੂੰ ਆ ਰਿਹਾ ਸਮਝ? ਤਾਂ ਜਦੋਂ ਅਸੀਂ ਬੈਂਚ ਨੂੰ ਟੱਚ ਕੀਤਾ ਤਾਂ ਇਸ ਵਕਤ ਕੀ ਹੋ ਰਿਹਾ ਹੈ? ਮੇਰੀ ਬਾਡੀ ਦੇ ਵਿੱਚੋਂ ਹੀਟ એનર્ਜੀ ਨਿਕਲ ਕੇ ਬੈਂਚ ਵੱਲ ਜਾਣਾ ਸ਼ੁਰੂ ਹੋ ਜਾਏਗੀ, ਤੇ ਜਿੰਨੀ ਦੇਰ ਤੱਕ ਇਹ ਮੈਨੂੰ ਠੰਡਾ ਲੱਗਦਾ ਰਹੇਗਾ ਉਨੀ ਦੇਰ ਤੱਕ ਕੀ ਹੋ ਰਿਹਾ? ਉਨੀ ਦੇਰ ਤੱਕ ਬੋਲੋ ਕੀ ਹੋ ਰਿਹਾ? ਮੇਰੀ ਬਾਡੀ ਚੋਂ ਹੀਟ એનર્ਜੀ ਇਹਦੇ ਅੰਦਰ ਟ੍ਰਾਂਸਫਰ ਹੋ ਰਹੀ ਹੈ।
ਜਦੋਂ ਇਹ ਮੈਨੂੰ ਠੰਡਾ ਲੱਗਣਾ ਬੰਦ ਹੋ ਜਾਏਗਾ, ਇਹਦਾ ਮਤਲਬ ਦੋਨੋਂ ਬॉडीज ਦਾ ਟੈਂਪਰੇਚਰ ਇੱਕ ਜੈਸਾ ਹੋ ਚੁੱਕਿਆ ਹੈ। ਕੁਝ એનર્ਜੀ ਨਿਕਲ ਕੇ ਬੈਂਚ ਦੇ ਅੰਦਰ ਚਲੇਗੀ। ਸਮਝ ਆ ਗਿਆ ਤੁਹਾਨੂੰ ਪੂਰਾ? ਹੀਟ એનર્ਜੀ ਇਜ਼ ਅ ਫਾਰਮ ਆਫ એનર્ਜੀ ਦੈਟ ਹੀਟ એનર્ਜੀ ਇੱਕ ਐਸੀ એનર્ਜੀ ਹੈ ਜੋ ਹੌਟ ਬॉडी ਤੋਂ ਕੋਲਡ ਬॉडी ਦੇ ਵੱਲ ਟਰੈਵਲ ਕਰਦੀ ਹੈ। ਕਦੀ ਵੀ ਇਹ ਕੋਲਡ ਬॉडी ਤੋਂ ਹੌਟ ਬॉडी ਵੱਲ ਟਰੈਵਲ ਨਹੀਂ ਕਰੇਗੀ। ਕਦੀ ਵੀ ਕੋਲਡ ਬॉडी ਆਪਣੀ એનર્ਜੀ ਨਹੀਂ ਟ੍ਰਾਂਸਫਰ ਕਰ ਸਕਦੀ ਹੌਟ ਬॉडी ਦੇ ਅੰਦਰ। ਹਮੇਸ਼ਾ ਇੱਕ ਹੌਟ ਬॉडी ਆਪਣੀ ਥਰਮਲ એનર્ਜੀ ਨੂੰ ਕੋਲਡ ਬॉडी ਦੇ ਅੰਦਰ ਟ੍ਰਾਂਸਫਰ ਕਰੇਗੀ। ਐਸਾ ਕਦੀ ਨਹੀਂ ਹੋਏਗਾ ਵੀ ਇਧਰੋਂ ਦੀ ਇੱਧਰ ਟ੍ਰਾਂਸਫਰ ਹੋ ਰਿਹਾ ਹੋਏ। ਸਾਰਾ ਸਮਝ ਆ ਗਿਆ? ਅੱਗੇ ਪੜ੍ਹਦੇ ਹਾਂ। ਲਾਈਕ ਆਲ ਅਦਰ ਫਾਰਮਸ ਆਫ એનર્ਜੀ, ਜਿਵੇਂ ਇੰਨੀ ਸਾਰੀ એનર્ਜੀ ਆਪਾਂ 9th ਕਲਾਸ ਚ ਪੜ੍ਹੀਆਂ ਸੀਗੀਆਂ, ਕੈਨੇਟਿਕ એનર્ਜੀ, ਪੋਟੈਂਸ਼ੀਅਲ એનર્ਜੀ, ਠੀਕ ਹੈ, ਸਾਊਂਡ એનર્ਜੀ, ਠੀਕ ਹੈ, ਉਸ ਜਿੰਨੀ ਵੀ ਤਰ੍ਹਾਂ ਦੀ એનર્ਜੀਜ਼ ਹੁੰਦੀਆਂ ਨੇ ਉਹਨਾਂ ਦੇ ਯੂਨਿਟਸ ਕੀ ਹੁੰਦੇ ਨੇ? ਜਾਊਲ। ਤਾਂ ਹੀਟ એનર્ਜੀ ਦੇ ਵੀ ਯੂਨਿਟਸ ਕੀ ਨੇ? ਜਾਊਲ। ਆ ਗਿਆ ਪੂਰਾ ਸਮਝ? ਅੱਗੇ ਦੇਖੋ। ਲੇਕਿਨ ਹੀਟ ਦੇ ਇੱਕ ਕਾਮਨ ਯੂਨਿਟ ਵੀ ਨੇ। ਤੈਨੂੰ ਆ ਰਿਹਾ ਤਰੁਣ ਸਮਝ? ਜਿਵੇਂ ਹੀਟ ਇੱਕ એનર્ਜੀ ਹੈ, ਵੈਸੇ ਤਾਂ ਉਹਦਾ ਬੇਸਿਕ ਯੂਨਿਟ ਜਾਊਲ ਹੀ ਹੈ, ਲੇਕਿਨ ਹੀਟ ਦੇ ਇੱਕ ਕਾਮਨ ਯੂਨਿਟ ਵੀ ਨੇ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ ਕੈਲਰੀ। ਕੈਲਰੀਜ਼ ਦੇ ਅੰਦਰ ਹੀਟ ਨੂੰ ਅਸੀਂ ਮੈਜ਼ਰ ਕਰ ਲੈਂਦੇ ਹਾਂ। ਦੇਖੋ ਕੀ ਕਹਿ ਰਹੇ ਆ, ਕੈਲਰੀ ਦਾ ਮਤਲਬ ਕੀ ਹੁੰਦਾ ਹੈ? The most commonly used unit of heat is calorie. It is defined as, देखो मान लो भी ਤੁਹਾਡੇ ਕੋਲ ਇੱਕ ਸਬਸਟੈਂਸ ਹੈ ਜਿਹਦਾ ਮਾਸ ਹੈ 1 ਗ੍ਰਾਮ। ਇੱਕ ਸਬਸਟੈਂਸ ਦਿੱਤਾ ਹੋਇਆ 1 ਗ੍ਰਾਮ। ਇਸ ਦਾ ਮੈਂ 1 ਡਿਗਰੀ ਟੈਂਪਰੇਚਰ ਚੇਂਜ ਕਰਨਾ ਹੈ। ਚੇਂਜ ਕੁਝ ਵੀ ਹੋ ਸਕਦਾ ਹੈ। ਮੈਂ ਇਹਨੂੰ ਗਰਮ ਵੀ ਕਰ ਸਕਦਾ, ਮੈਂ ਇਹਨੂੰ ਠੰਡਾ ਵੀ ਕਰ ਸਕਦਾ। 1 ਡਿਗਰੀ ਜਾਂ ਮੈਂ ਉੱਪਰ ਲੈ ਕੇ ਜਾਣਾ ਹੈ ਜਾਂ 1 ਡਿਗਰੀ ਨੀਚੇ ਲੈ ਕੇ ਆਣਾ ਹੈ। फॉर एग्जाम्पल अगर 20 डिग्री ते है, ਜਾਂ मैं 21 ਤੇ लेके जाना चाहना, ਜਾਂ 20 ਤੋਂ 19 ਤੇ लेके आना चाहना, कुछ भी 1 डिग्री चेंज करना है। ਤਾਂ ਮੈਨੂੰ ਕੀ ਕਰਨਾ ਪਏਗਾ? ਅਗਰ ਮੈਂ ਗਰਮ ਕਰਨਾ ਚਾਹਨਾ ਤਾਂ ਮੈਨੂੰ 1 ਕੈਲਰੀ ਹੀਟ ਇਹਨੂੰ ਦੇਣੀ ਪਏਗੀ। ਅਗਰ ਮੈਂ ਇਹਨੂੰ ਠੰਡਾ ਕਰਨਾ ਚਾਹਨਾ ਤਾਂ 1 ਕੈਲਰੀ ਹੀਟ ਇਹਦੇ ਚੋਂ ਬਾਹਰ ਨਿਕਾਲਣੀ ਪਏਗੀ। ਫ੍ਰਿਜ ਕੀ ਕਰਦਾ ਹੈ? ਹੀਟ ਨੂੰ ਬਾਹਰ ਨਿਕਾਲਦਾ ਹੈ ਵਾਟਰ ਬੋਟਲ ਚੋਂ। ਸਮਝ ਆ ਗਿਆ ਨਾ? ਅੱਗੇ ਪੜ੍ਹਦੇ ਹਾਂ ਹੁਣ। ਤੁਹਾਨੂੰ ਇਹ 1 ਕੈਲਰੀ ਦੀ ਡੈਫੀਨੇਸ਼ਨ ਕਲੀਅਰ ਹੈ ਸਵਯਮ? 1 ਕੈਲਰੀ ਕੀ ਹੈ? ਅਮਾਊਂਟ ਆਫ ਹੀਟ એનર્ਜੀ given to the 1 gram of a substance to change the temperature by 1 degree Celsius। ਠੀਕ ਹੈ, ਹੀਟ એનર્ਜੀ ਤੁਸੀਂ ਪ੍ਰੋਵਾਈਡ ਵੀ ਕਰ ਸਕਦੇ ਹੋ, ਹੀਟ એનર્ਜੀ ਤੁਸੀਂ ਵਾਪਸ ਵੀ ਲੈ ਸਕਦੇ ਹੋ। ਠੀਕ ਹੈ, ਦੇਖੋ ਹੁਣ ਇੱਥੇ ਬਲੂ ਕਲਰ ਦੀ ਡੈਫੀਨੇਸ਼ਨ ਚ ਮੇਰੇ ਨਾਲ ਰੀਡਿੰਗ ਕਰੋ। 1 calorie is the quantity of heat energy required to raise the temperature of 1 gram of water through 1 degree Celsius। ਹੁਣ ਇੱਥੇ ਨੀਚੇ ਉਹਨਾਂ ਨੇ ਇੱਕ ਐਗਜ਼ਾਮਪਲ ਦੇ ਕੇ ਸਮਝਾਈ ਹੈ। ਮੰਨ ਲਓ ਵੀ ਵਾਟਰ ਦਾ ਟੈਂਪਰੇਚਰ 14.5 ਡਿਗਰੀ ਸੈਲਸੀਅਸ ਤੇ ਹੈ। ਠੀਕ ਹੈ, 14.5 ਡਿਗਰੀ ਸੈਲਸੀਅਸ ਤੇ ਹੈ ਔਰ ਵਾਟਰ ਦਾ ਮਾਸ 1 ਗ੍ਰਾਮ ਹੈ। 14.5 ਤੋਂ 15.5 ਤੇ ਆਉਣ ਲਈ 1 ਗ੍ਰਾਮ ਵਾਟਰ ਨੂੰ 1 ਡਿਗਰੀ ਟੈਂਪਰੇਚਰ ਰੇਜ਼ ਕਰਨ ਲਈ ਜਿੰਨੀ ਵੀ ਹੀਟ ਚਾਹੀਦੀ ਹੈ ਉਸ ਪਾਰਟਿਕੂਲਰ ਹੀਟ ਨੂੰ ਆਪਾਂ ਕੀ ਬੋਲਾਂਗੇ? 1 ਕੈਲਰੀ। ਆ ਗਿਆ ਪੂਰਾ ਸਮਝ? ਅੱਗੇ ਪੜੋ ਹੁਣ। 1 ਕੈਲਰੀ ਦੇ ਅੰਦਰ ਤੁਸੀਂ ਲਰਨ ਕਰਕੇ ਰੱਖਣਾ ਹੈ 1 ਕੈਲਰੀ ਕੰਟੇਨ 4.2 ਜਾਊਲਸ। ਠੀਕ ਹੈ, ਮੈਂਸ਼ਨਡ ਹੈ ਪੇਜ ਦੇ ਐਂਡ ਦੇ ਅੰਦਰ। 1 ਕਿਲੋ ਕੈਲਰੀ ਦੇ ਅੰਦਰ ਕਿੰਨੇ ਹੋਣਗੇ? ਹਮੇਸ਼ਾ ਕਿਲੋਵਾਟ 1000 ਲਈ ਇਸਤੇਮਾਲ ਕੀਤਾ ਜਾਂਦਾ ਹੈ, ਤਾਂ 1 ਕਿਲੋ ਕੈਲਰੀ ਦੇ ਅੰਦਰ 1000 ਕੈਲਰੀਜ਼ ਹੋਣਗੇ। ਹੁਣ ਇੱਧਰ ਦੇਖ, 1 ਕੈਲਰੀ ਦੇ ਅੰਦਰ ਅਗਰ 4.2 ਜਾਊਲਸ ਹੁੰਦੇ ਨੇ ਤਾਂ ਅਗਰ ਮੈਂ 1 ਕਿਲੋ ਕੈਲਰੀ ਕਰ ਦਾਂਗਾ ਤਾਂ ਇਨਟੂ 1000 ਕਰ ਦਾਂਗੇ। 4.2 ਮਲਟੀਪਲਾਈ 1000, ਪੁਆਇੰਟ ਕੱਟ ਕੇ 10 ਲਗਾਇਆ ਤਾਂ 1 ਕਿਲੋ ਕੈਲਰੀ ਦੇ ਅੰਦਰ 4200 ਜਾਊਲਸ ਹੋਣਗੇ। ਆ ਗਿਆ ਪੂਰਾ ਸਮਝ? ਹੁਣ ਨੈਕਸਟ ਟੌਪਿਕ ਕਰਨ ਤੋਂ ਪਹਿਲਾਂ ਤੁਸੀਂ ਡਾਊਟਸ ਪੁੱਛ ਲਓ। ਨੈਕਸਟ ਟੌਪਿਕ ਦੇਖੋ ਪੇਜ ਨੰਬਰ 262 ਤੇ, concept of temperature on keeping a hot body in contact with the cold body। ਠੀਕ ਹੈ, ਮੈਂ ਉਰੇ ਡਰਾ ਵੀ ਕੀਤਾ ਸੀਗਾ, ਇੱਕ hot body ਔਰ ਦੂਸਰੀ cold body। when you place in contact with each other ਤਾਂ ਅਸੀਂ ਕੀ ਦੇਖਿਆ? hot body ਦੇ ਅੰਦਰੋਂ ਦੀ ਹੀਟ એનર્ਜੀ ਨਿਕਲ ਕੇ cold body ਵੱਲ ਜਾਣਾ ਸ਼ੁਰੂ ਹੋ ਜਾਂਦੀ ਹੈ। ਸੈਕਿੰਡ ਲਾਈਨ ਦੇਖੋ, ਸੈਕਿੰਡ ਪੈਰਾਗ੍ਰਾਫ ਦੇਖੋ। The body which impart heat is said to be at higher temperature
एंड बॉडी विच रिसीव हीट, जो भी बॉडी हीट अपने अंदरों दी निकाल के दे रही है वो हायर टैंपरेचर ते होएगी ओबवियसली, ताही अपने अंदरों दी एनर्जी निकाल के दे रही है। ते जो बॉडी एनर्जी ਨੂੰ रिसीव कर रही है ਇਹਦਾ मतलब वो लोअर टैंपरेचर ते होएगी। आ गया समझ? when a body receives energy, ਤੁਹਾਨੂੰ ਚੈਪਟਰ ਦੇ ਸਟਾਰਟਿੰਗ ਦੇ ਅੰਦਰ ਹੀ ਮੈਂ ਦੱਸਿਆ ਸੀ, ਇੱਥੇ ਮੈਂ ਪਾਰਟੀਕਲਸ ਡਰਾ ਕੀਤੇ ਹੋਏ ਸੀ, ਉਦੋਂ ਮੈਂ ਐਕਸਪਲੇਨ ਕੀਤਾ ਸੀ ਜਦੋਂ ਤੁਸੀਂ ਉਹਨੂੰ ਹੀਟ એનર્ਜੀ ਦਿਓਗੇ ਤਾਂ ਜਿਹੜੇ ਪਾਰਟੀਕਲਸ ਨੇ ਉਹ ਇੱਕ ਕਾਈਨੈਟਿਕ એનર્ਜੀ ਦੇ ਨਾਲ ਵਾਈਬ੍ਰੇਟ ਕਰਨਾ ਸ਼ੁਰੂ ਕਰ ਦੇਣਗੇ। ਦੇਖੋ ਹੁਣ ਥਰਡ ਪੈਰਾਗ੍ਰਾਫ 'ਚ ਲਿਖਿਆ ਹੋਇਆ when a body receive heat energy the particle constituting the body start vibrating more vigorously so the temperature rises। समझ आया? ਇੱਕ ਬੋਡੀ ਦਾ ਟੈਂਪਰੇਚਰ ਰਾਈਜ਼ ਕਰਦਾ ਹੀ ਕਿਉਂ ਹੈ? ਸਵਯੰ ਤੋਂ ਧਿਆਨ ਨਾਲ ਸਮਝ। ਜਦੋਂ ਬੋਡੀ ਨੂੰ ਅਸੀਂ ਹੀਟ એનર્ਜੀ ਦਿੰਦੇ ਆ, ਪਾਰਟੀਕਲਸ ਤਾਂ ਪਹਿਲੇ ਵੀ ਵਾਈਬ੍ਰੇਟ ਕਰ ਰਹੇ ਸੀਗੇ, ਹੀਟ એનર્ਜੀ ਦੇਣ ਤੋਂ ਬਾਅਦ ਉਹ ਜ਼ਿਆਦਾ ਵਾਈਗਰਸਲੀ ਵਾਈਬ੍ਰੇਟ ਕਰਨ ਲੱਗ ਗਏ, ਜਿਸ ਦੇ ਕਾਰਨ ਉਹਨਾਂ ਦਾ ਟੈਂਪਰੇਚਰ ਇਨਕਰੀਜ਼ ਹੋ ਗਿਆ। ਸਮਝ ਆ ਗਿਆ? ਜਿਵੇਂ ਤੂੰ ਵਾਕ ਕਰ ਰਹੇ ਹੈ, ਮੋਸ਼ਨ 'ਚ ਤਾਂ ਹਾਲੇ ਵੀ ਆ ਅਸੀਂ, ਅਗਰ ਅਸੀਂ ਰਨਿੰਗ ਕਰਨ ਲੱਗ ਜਾਾਂਗੇ ਤਾਂ ਸਾਡੀ ਬੋਡੀ ਹੀਟ ਅਪ ਹੋ ਜਾਏਗੀ। ਮੋਸ਼ਨ 'ਚ ਤਾਂ ਅਸੀਂ ਪਹਿਲਾਂ ਵੀ ਸੀ, ਅਗਰ ਜ਼ਿਆਦਾ ਤੇਜ਼ੀ ਨਾਲ ਮੋਸ਼ਨ ਕ੍ਰੀਏਟ ਕਰਨ ਲੱਗ ਜਾਾਂਗੇ ਸਾਡੀ ਵੀ ਬੋਡੀ ਹੀਟ ਅਪ ਹੋ ਜਾਏਗੀ। ਤਾਂ ਐਵੇਂ ਹੀ ਹੈ। ਕੀ ਹੋਇਆ ਵੀ ਪਾਰਟੀਕਲਸ ਨੂੰ ਜਦੋਂ ਅਸੀਂ ਹੀਟ એનર્ਜੀ ਪ੍ਰੋਵਾਈਡ ਕੀਤੀ, ਪਾਰਟੀਕਲਸ ਜ਼ਿਆਦਾ એનર્ਜੀ ਨਾਲ ਵਾਈਬ੍ਰੇਟ ਕਰਨ ਲੱਗ ਗਏ, ਜਿਸ ਕਾਰਨ ਉਹਨਾਂ ਦਾ ਟੈਂਪਰੇਚਰ ਇਨਕਰੀਜ਼ ਹੋ ਗਿਆ। ਆ ਗਿਆ ਸਮਝ? ਅੱਗੇ ਪੁੱਛੋ। ਇੱਕ ਜਿਹੜਾ ਆਬਜੈਕਟ ਹੈ ਹਮੇਸ਼ਾ ਉਹਦੇ ਮੋਸ਼ਨ 'ਚ ਹੀ ਰਹੇਗਾ। ਹਾਂ, ਆਬਜੈਕਟ ਨਹੀਂ, ਗਲਤ ਬੋਲਿਆ ਤੂੰ। ਆਬਜੈਕਟ ਦੇ ਅੰਦਰ ਦੇ ਪਾਰਟੀਕਲਸ ਹਮੇਸ਼ਾ ਮੋਸ਼ਨ 'ਚ ਰਹਿੰਦੇ ਨੇ। ਹੁਣ ਇਹ ਪੈਨ ਮੋਸ਼ਨ 'ਚ ਥੋੜੀ ਮੈਂ ਅਗਰ ਟੇਬਲ ਤੇ ਰੱਖਦਾ, ਪੈਨ ਦੇ ਅੰਦਰ ਜਿਹੜੇ ਐਟਮਸ ਨੇ, ਐਵਰੀ ਮੈਟਰ ਇਜ਼ ਮੇਡ ਅਪ ਆਫ ਐਟਮਸ, ਇਹਦੇ ਜਿਹੜੇ ਐਟਮਸ ਨੇ ਉਹ ਮੋਸ਼ਨ 'ਚ ਨੇ। ਜਦੋਂ ਮੈਂ ਇਹਨੂੰ ਹੀਟ એનર્ਜੀ ਦਵਾਂਗਾ ਤਾਂ ਇਹਨਾਂ ਦਾ ਮੋਸ਼ਨ ਇਨਕਰੀਜ਼ ਹੋ ਜਾਏਗਾ। ਮੋਸ਼ਨ ਇਨਕਰੀਜ਼ ਹੋਣ ਦੇ ਕਾਰਨ ਇਹਨਾਂ ਦਾ ਟੈਂਪਰੇਚਰ ਵੱਧ ਜਾਏਗਾ। हाँ गौरांग, ਇਹਦਾ ਮਤਲਬ ਇਹ ਹੈ ਕਿ ਹੌਟ ਬੋਡੀ ਕਿੰਨੇ ਆਪਣਾ ਮਤਲਬ ਕਿੰਨਾ ਜਿੰਨੀ ਵੀ ਹੀਟ એનર્ਜੀ ਉਹ ਕੋਲਡ ਬੋਡੀ ਨੂੰ ਦਿੰਦੀ ਆ ਉਹਨਾਂ ਮੈਜ਼ਰ ਕੀਤਾ ਜਾਂਦਾ ਉਹ ਟੈਂਪਰੇਚਰ। ਬਿਲਕੁਲ ਸਹੀ ਬੋਲਿਆ ਤੁਸੀਂ ਵੀ ਸੁਣ ਲਓ। ਜਦੋਂ ਇੱਕ ਹੌਟ ਬੋਡੀ ਨੂੰ ਇੱਕ ਕੋਲਡ ਬੋਡੀ ਨਾਲ ਕੰਟੈਕਟ 'ਚ ਰੱਖਦੇ ਆ ਤਾਂ ਇੱਕ ਹੌਟ ਬੋਡੀ ਨੇ ਕੁਝ એનર્ਜੀ ਨੂੰ ਕੋਲਡ ਬੋਡੀ ਨੂੰ ਦੇਤਾ। ਹੌਟ ਬੋਡੀ ਇੱਕ ਪਾਸੇ ਨੂੰ ਮੰਨ ਲਓ ਇਹ ਹੌਟ ਬੋਡੀ ਹੈ, ਦੂਸਰੇ ਪਾਸੇ ਮੰਨ ਲਓ ਇਹ ਕੋਲਡ ਬੋਡੀ ਹੈ। ਹੌਟ ਬੋਡੀ ਨੇ ਕੁਝ એનર્ਜੀ ਇਸ ਨੂੰ ਦੇਤੀ, ਜਿੰਨੀ એનર્ਜੀ ਇਸ ਨੂੰ ਦਿੱਤੀ ਹੈ ਉਸ ਨੂੰ ਮੈਜ਼ਰ ਕਰਾਂਗੇ ਤਾਂ ਉਸ ਨੂੰ ਟੈਂਪਰੇਚਰ ਬੋਲਿਆ ਜਾਂਦਾ ਹੈ। ਹਜੇ ਇੱਧਰ ਸਮਝਾਣਗੇ, ਉਧਰੋਂ ਦੀ ਦੁਬਾਰਾ ਸਮਝ ਲਓ। ਦੇਖੋ, ਟੈਂਪਰੇਚਰ ਇਜ਼ ਡਿਫਾਈਨਡ ਐਜ਼ ਟੈਂਪਰੇਚਰ ਇਜ਼ ਅ ਪੈਰਾਮੀਟਰ which tell the thermal state of the body। thermal state ਦਾ meaning degree of hotness or coldness of a body। it determine direction of flow of heat when two bodies are at different temperature placed in contact। ਜਦੋਂ ਇੱਕ ਹੌਟ ਬੋਡੀ ਔਰ ਕੋਲਡ ਬੋਡੀ ਨੂੰ ਤੁਸੀਂ ਕੰਟੈਕਟ ਦੇ ਅੰਦਰ ਰੱਖਦੇ ਹੋ, ਕੰਟੈਕਟ ਮਤਲਬ ਕੀ ਹੁੰਦਾ ਹੈ? ਆਪਸ 'ਚ ਜੋੜ ਕੇ ਰੱਖਤਾ, ਤਾਂ ਹੀਟ ਫਲੋ ਹੋਣਾ ਸਟਾਰਟ ਹੋ ਜਾਏਗਾ। ਤਾਂ ਟੈਂਪਰੇਚਰ ਹੀਟ ਫਲੋ ਨੂੰ ਮੈਜ਼ਰ ਕਰਕੇ ਦੇਗਾ। ਹੀਟ ਫਲੋ ਕੀ ਹੁੰਦਾ ਹੈ? ਜਿੰਨੀ એનર્ਜੀ ਟ੍ਰਾਂਸਫਰ ਹੋ ਰਹੀ ਹੈ। ਟੈਂਪਰੇਚਰ ਕੀ ਕਰਦਾ ਹੈ? ਧਿਆਨ ਨਾਲ ਸਮਝਣਾ। ਟੈਂਪਰੇਚਰ ਦਾ ਮਤਲਬ ਹੁੰਦਾ ਹੈ ਇੱਕ ਹੌਟ ਬੋਡੀ ਤੇ ਇੱਕ ਕੋਲਡ ਬੋਡੀ ਨੂੰ ਕੰਟੈਕਟ ਦੇ ਅੰਦਰ ਜਦੋਂ ਰੱਖਿਆ ਤੇ ਹੀਟ ਫਲੋ ਹੋਣਾ ਸ਼ੁਰੂ ਹੋ ਗਿਆ ਸੀ। ਇਸ ਹੀਟ ਫਲੋ ਦੀ ਮੈਜ਼ਰਮੈਂਟ ਨੂੰ ਟੈਂਪਰੇਚਰ ਬੋਲਦੇ ਆ। ਮੈਜ਼ਰਮੈਂਟ ਆਫ ਦਿਸ ਫਲੋ ਇਜ਼ ਨੋਨ ਐਜ਼ ਟੈਂਪਰੇਚਰ। ਆ ਗਿਆ ਸਮਝ? ਤੇ ਫਲੋ ਕਦੋਂ ਹੋਏਗਾ? ਉੱਪਰ ਵਾਲੇ ਦੋ ਪੈਰਾਗ੍ਰਾਫ 'ਚ ਉਹਨੇ ਇਹੀ ਦੱਸਿਆ ਸੀ। ਇਹ ਫਲੋ ਸਿਰਫ ਤਦੀ ਹੋਏਗਾ ਅਗਰ ਦੋ ਬੋਡੀਜ਼ ਅਲੱਗ-ਅਲੱਗ ਟੈਂਪਰੇਚਰ ਤੇ ਹੋਣਗੀ। ਅਗਰ ਇਹ ਅਲੱਗ-ਅਲੱਗ ਟੈਂਪਰੇਚਰ ਤੇ ਨਹੀਂ ਹੈ ਤਾਂ ਫਲੋ ਨਹੀਂ ਹੋਏਗਾ। ਆ ਗਿਆ ਸਮਝ? ਨੈਕਸਟ ਪੜ੍ਹਦੇ ਹਾਂ ਜੋ ਮੈਂ ਹੁਣ ਬੋਲਿਆ ਆਖਰੀ ਪੈਰਾਗ੍ਰਾਫ 'ਚ। if there is no transfer of heat between the two bodies they said to be at same temperature। देखो, अगर इदा और इस बॉडी का टेम्परेचर सेम होया तो कोई भी फ्लो नहीं हो रहा होएगा। जे फ्लो ही नहीं है तो मैयर की करांगे? कुछ नहीं। आ गया पूरा समझ? तो वो की कह देंगे? दे आर एट सेम टेम्परेचर, क्योंकि टेम्परेचर ने तो फ्लो नू मैयर करना है ना। आ गया समझ? अगे देख। but it does not mean that they have equal amount of thermal energy। देखो, ये बहुत जरूरी लाइन है। टेंपरेचर कभी भी ये नहीं मैयर करके दे सकता भी इस बॉडी के अंदर एनर्जी कितनी है। टेंपरेचर का सिर्फ ये बाहर वाले फ्लो नू मैयर कर देता है। अगर फ्लो नहीं हो रहा होएगा तो कह देगा सेम टेंपरेचर ते है। तो टेंपरेचर ने ये तो नहीं दसिया ना बॉडी के अंदर एनर्जी कितनी है।
ਉਹਦੀ ਇੰਟਰਨਲ એનર્ਜੀ ਨੂੰ ਮੈਜ਼ਰ ਨਹੀਂ ਕਰ ਸਕਦਾ। ਆ ਗਿਆ ਸਮਝ? ਟੈਂਪਰੇਚਰ ਸਿਰਫ ਫਲੋ ਨੂੰ ਮੈਜ਼ਰ ਕਰਕੇ ਦੇ ਸਕਦਾ ਹੈ। Temperature alone does not tell us the quantity of thermal energy contained in a body. Temperature कभी भी ये नहीं दस पाएगा बॉडी ਦੇ ਅੰਦਰ ਕਿੰਨੀ ਥਰਮਲ એનર્ਜੀ ਹੈ। ਠੀਕ ਹੈ, ਟੈਂਪਰੇਚਰ ਨੇ ਸਿਰਫ ਇਹ ਦੱਸਿਆ ਵੀ ਕਿੰਨੀ ਥਰਮਲ એનર્ਜੀ ਕੈਨੀ ਫਲੋ ਹੋ ਰਹੀ ਹੈ। ਅੱਗੇ ਪੜ੍ਹਦੇ ਹਾਂ। Experimentally we find that quantity of thermal energy contained in a body does not depend only on temperature. On imparting the same quantity of heat energy to different bodies, raise in temperature for different bodies is different. ਇਹ ਸਮਝ ਲਓ ਹੁਣ ਕੀ ਦੱਸਿਆ ਉਹਨੇ। ਇਹ ਇਰੇਜ਼ ਕਰ ਦਿੰਨੇ ਆ, ਇਸ ਇਹਨੂੰ ਧਿਆਨ ਨਾਲ ਸਮਝਣਾ ਜੋ ਹੁਣ ਬੋਲਿਆ। ਦੇਖੋ ਇਹ ਇੱਕ ਬੋਡੀ 1 ਹੈ, ਇਹ ਇੱਕ ਬੋਡੀ 2 ਹੈ, ਦੋ ਅਲੱਗ-ਅਲੱਗ ਬੋਡੀਜ਼ ਨੇ। ਠੀਕ ਹੈ, ਦੋਨਾਂ ਨੂੰ 1 ਡਿਗਰੀ ਟੈਂਪਰੇਚਰ ਇਨਕਰੀਜ਼ ਕਰਨਾ ਹੈ। ਦੋਨਾਂ ਨੂੰ 1 ਡਿਗਰੀ ਟੈਂਪਰੇਚਰ ਇਨਕਰੀਜ਼ ਕਰਨ ਵਾਸਤੇ ਦੋਨਾਂ ਨੂੰ ਮੈਨੂੰ ਅਲੱਗ-ਅਲੱਗ ਕੁਆਂਟੀਟੀ ਦੀ ਹੀਟ ਦੇਣੀ ਪੈ ਸਕਦੀ ਹੈ, ਕਿਉਂਕਿ ਦੋ ਡਿਫਰੈਂਟ ਬੋਡੀਜ਼ ਨੇ। ਅਗਰ ਦੋ ਆਈਡੈਂਟੀਕਲ ਬੋਡੀਜ਼ ਹੁੰਦੀਆਂ, ਸੇਮ ਮਟੀਰੀਅਲ, ਸੇਮ ਮਾਸ, ਸਾਰਾ ਕੁਝ ਸੇਮ ਹੁੰਦਾ, ਤਾਂ ਦੋਨਾਂ ਨੂੰ ਮੈਨੂੰ 1 ਡਿਗਰੀ ਟੈਂਪਰੇਚਰ ਇਨਕਰੀਜ਼ ਕਰਨ ਵਾਸਤੇ ਸੇਮ ਹੀਟ ਦੇਣੀ ਪੈਂਦੀ। ਅਗਰ ਦੋ ਡਿਫਰੈਂਟ ਬੋਡੀਜ਼ ਨੇ, ਦੋ ਡਿਫਰੈਂਟ ਮਟੀਰੀਅਲਸ ਦੀਆਂ ਬਣੀਆਂ ਹੋਈਆਂ ਨੇ, ਤਾਂ ਮੈਨੂੰ ਦੋਨਾਂ ਨੂੰ ਅਲੱਗ-ਅਲੱਗ ਕੁਆਂਟੀਟੀ ਆਫ ਹੀਟ ਦੇਣੀ ਪਏਗੀ। ਅਸੀਂ ਕਮਰੇ ਦੇ ਅੰਦਰ ਜਦ ਏਸੀ ਔਨ ਕਰਦੇ ਆ ਤਾਂ ਰੂਮ ਦੇ ਅੰਦਰ ਜਿਹੜੇ ਮੈਟਲ ਆਬਜੈਕਟਸ ਹੁੰਦੇ ਨੇ ਉਹ ਪਹਿਲੇ ਠੰਡੇ ਹੋ ਜਾਂਦੇ ਨੇ। ਠੀਕ ਹੈ, ਕਮਰੇ ਦਾ ਫਰਨੀਚਰ ਬਾਅਦ ਚੋਂ ਠੰਡਾ ਹੋਏਗਾ। ਸਮਝ ਆਇਆ ਨਾ? ਠੀਕ ਹੈ, ਅਗਰ ਕਮਰੇ ਦੇ ਅੰਦਰ ਵੁਡਨ ਆਬਜੈਕਟ ਪਏ ਨੇ, ਵੁੱਡ ਕੀ ਹੈ? ਇਨਸੂਲੇਟਰ ਹੈ। ਮੈਟਲਸ ਕੀ ਨੇ? ਕੰਡਕਟਰਸ ਨੇ। ਮੈਟਲਸ ਜਲਦੀ ਠੰਡੇ ਹੋ ਜਾਂਦੇ ਨੇ, ਜਲਦੀ ਗਰਮ ਵੀ ਹੋ ਜਾਂਦੇ ਨੇ। ਵੁੱਡ ਕੀ ਹੈ? ਇਨਸੂਲੇਟਰ ਹੈ, ਉਹ ਨਾ ਤਾਂ ਜਲਦੀ ਗਰਮ ਹੋਏਗੀ ਨਾ ਜਲਦੀ ਠੰਡੀ ਹੋਏਗੀ। ਆ ਗਿਆ ਤੁਹਾਨੂੰ ਕੁਝ ਸਮਝ? ਅਗਰ ਦੋ ਅਲੱਗ-ਅਲੱਗ ਮਟੀਰੀਅਲਸ ਨੂੰ ਤੁਸੀਂ ਸੇਮ ਡਿਗਰੀ ਉੱਪਰ ਲੈ ਕੇ ਜਾਣਾ ਹੈ ਤਾਂ ਦੋਨਾਂ ਨੂੰ ਹੀਟ ਕੁਆਂਟੀਟੀ ਅਲੱਗ-ਅਲੱਗ ਦੇਣੀ ਪਏਗੀ। ਆ ਗਿਆ ਗੁਰਾਨ ਸਮਝ? ਅੱਗੇ ਪੜ੍ਹਦੇ ਹਾਂ। ਹਾਂ, ਡਾਊਟ ਪੁੱਛ ਲੈ। 1 ਮਿੰਟ, ਇੱਕ ਲਾਈਨ ਰਹਿ ਗਈ, ਫਿਰ ਪੁੱਛ ਲਈ। ਅਮਾਉਂਟ ਆਫ ਹੀਟ એનર્ਜੀ ਕੰਟੇਨਡ ਇਨ ਅ ਬੋਡੀ ਡਿਪੈਂਡ ਅਪਨ, ਤਾਂ ਕਿੰਨੀ ਅਮਾਉਂਟ ਆਫ ਹੀਟ એનર્ਜੀ ਉਸ ਬੋਡੀ ਦੇ ਅੰਦਰ ਹੋਏਗੀ, ਇਹ 3 ਚੀਜ਼ਾਂ ਦੇ ਉੱਪਰ ਕਹਿ ਰਿਹਾ ਡਿਪੈਂਡ ਕਰਦਾ ਹੈ। ਨਹੀਂ 2, ਇੱਕ ਮਾਸ, ਇੱਕ ਟੈਂਪਰੇਚਰ, ਇੱਕ ਮਟੀਰੀਅਲ। ਠੀਕ ਹੈ ਨਾ, 3 ਹੀ ਹੋ ਗਈਆਂ। ਹਾਂ ਦੇਖੋ, ਮਤਲਬ ਮੰਨ ਲੈਂਦੇ ਆ ਵੀ ਮੇਰੇ ਕੋਲ 2 ਸੇਮ ਟਾਈਪ ਦੀਆਂ ਚੀਜ਼ਾਂ ਨੇ। ਠੀਕ ਹੈ, ਮਟੀਰੀਅਲ ਸੇਮ ਹੈ ਮੰਨ ਲਓ। ਅਗਰ ਮੇਰੇ ਕੋਲ ਮਟੀਰੀਅਲ ਸੇਮ ਹੈ, ਦੋਨੋਂ ਹੀ ਮੈਟਲ ਦੇ ਨੇ, ਆਇਰਨ ਮੈਟਲ ਹੈ ਦੋਨੋਂ ਹੀ, ਲੇਕਿਨ ਇੱਕ 1 kg ਹੈ, ਦੂਸਰਾ 500 ਗ੍ਰਾਮ ਹੈ। ठीक है, ਹੁਣ 500 ग्राम वाली चीज छोटी है तो जल्दी ठंडी या जल्दी गर्म हो जाएगी, ਜਿਹੜੀ थोड़ी बड़ी है वो लेट गर्म होएगी या लेट ठंडा होएगी, मास ਤੇ डिपेंड करता है। समझ आ गया? ਇਹ ਕੀ ਕਹਿਣਾ ਚਾਹੁੰਦੇ ਨੇ? अगर किसी चीज ਦਾ मास ਘੱਟ ਹੈ ਤਾਂ ਉਹਨੂੰ ਘੱਟ એનર્ਜੀ ਦੇਣੀ ਪਏਗੀ ਉਹਨੂੰ ਗਰਮ ਜਾਂ ਠੰਡਾ ਕਰਨ ਵਾਸਤੇ। अगर किसी ਦਾ मास ਜ਼ਿਆਦਾ ਹੈ ਤਾਂ ਉਸ ਨੂੰ ਜ਼ਿਆਦਾ એનર્ਜੀ ਦੇਣੀ ਪਏਗੀ। आ गया समझ? दूसरी चीज ਕੀ ਕਹਿੰਦੇ ਨੇ? अगर मान लो मास सेम है, अब ये समझ आ रहा है सारा? अगर मान ला भी दोनों ही चीजा 1 kg दियां ने, सेम मटीरियल सेम मास, लेकिन इसनू मैं 1 डिग्री चेंज करना है, इसनू मैं 2 डिग्री चेंज करना है, ता 2 डिग्री करने वास्ते ज्यादा हीट देनी पड़ेगी, 1 डिग्री वास्ते नॉर्मल जी चीज है, इन्नी कोई रॉकेट साइंस नहीं है। समझ आ गया? मास ज्यादा ता हीट ज्यादा। ठीक है, ਤੇ ਅਗਰ ਕੀ ਕਹਿੰਦੇ ਮਾਸ ਸੇਮ ਹੈ ਔਰ ਟੈਂਪਰੇਚਰ ਜ਼ਿਆਦਾ ਕਰਨਾ ਚਾਹੁੰਦੇ ਆ ਤਾਂ ਵੀ ਹੀਟ ਜ਼ਿਆਦਾ ਦੇਣੀ ਪਏਗੀ। ਤੀਸਰਾ ਕੀ ਸੀਗਾ? ਇਹਨੂੰ 1 kg 1 ਦੋਨੋਂ 1 kg ਨੇ, ਦੋਨੋਂ 1 डिग्री चेंज करना है, लेकिन ਇਹਦਾ मैं मटीरियल बदलता, ਇਹਨੂੰ मैं वुड करता और ਇਹਨੂੰ मैं आयरन करता। ਹੁਣ ਜਿਹੜਾ ਆਇਰਨ ਹੈ, ਆਇਰਨ इज अ गुड कंडक्टर ऑफ हीट एंड इलेक्ट्रिसिटी बोथ, ਇਹ ਜਲਦੀ ਹੋ ਜਾਏਗਾ। ਵੁੱਡ ਹੈ ਜਿਹੜਾ ਉਹ ਲੇਟ ਹੋਏਗਾ। ਤਾਂ ਆਪਾਂ 3 ਚੀਜ਼ਾਂ ਨੂੰ ਸਮਝ ਲਿਆ, ਮਟੀਰੀਅਲ, ਮਾਸ ਐਂਡ ਟੈਂਪਰੇਚਰ ਦੇ ਉੱਪਰ ਡਿਪੈਂਡ ਕਰਦਾ ਵੀ ਉਹ ਆਬਜੈਕਟ ਆਪਣਾ 1 ਡਿਗਰੀ ਟੈਂਪਰੇਚਰ ਨੂੰ ਚੇਂਜ ਕਰਨ ਲਈ ਕਿੰਨੀ ਹੀਟ ਕਲੈਕਟ ਕਰੇਗਾ। ਹੁਣ ਤੁਸੀਂ ਡਾਊਟਸ ਪੁੱਛ ਲਓ, ਪੁੱਛ ਜੀ। ਦੇਖੋ ਹੁਣ ਕਿਹੜੇ ਕਿਹੜੇ ਫੈਕਟਰਸ ਡਿਸਾਈਡ ਕਰਦੇ ਨੇ ਵੀ ਕਿੰਨੀ ਹੀਟ એનર્ਜੀ ਦੇਣੀ ਪਏਗੀ। ਤਾਂ ਉਹ ਆਪਣੇ ਕੋਲ 3 ਚੀਜ਼ਾਂ ਨੇ, ਮਾਸ ਜੀ, ਉਹ ਇੱਕ ਮਾਸ ਹੈ,
दूसरा की है हाँ मटीरियल एंड तीसरा हैगा ਟੈਂਪਰੇਚਰ। ਐਵੇਂ ਲਿਖ ਲੈਣਾ ਡੈਲਟਾ ਟੀ। ਡੈਲਟਾ ਟੀ ਕੀ ਹੁੰਦਾ ਹੈ? ਡੈਲਟਾ ਵਰਡ ਹੁੰਦਾ ਚੇਂਜ ਇਨ ਟੈਂਪਰੇਚਰ। ਕਿੰਨਾ ਚੇਂਜ ਇਨ ਟੈਂਪਰੇਚਰ ਚਾਹੁੰਦੇ ਆ, ਇੱਥੋਂ ਹੀ ਪੜਨਾ ਸ਼ੁਰੂ ਕਰਦੇ ਆ ਆਪਾਂ। ਠੀਕ ਹੈ, ਮੇਰੇ ਕੋਲ ਦੋ ਆਬਜੈਕਟਸ ਨੇ, ਦੋਨਾਂ ਨੂੰ ਮੈਂ ਮੰਨ ਲੈਂਦਾ ਦੋ ਆਬਜੈਕਟਸ ਆਈਡੈਂਟੀਕਲ ਨੇ। ਆਈਡੈਂਟੀਕਲ मतलब they have same material, same mass, same size। ठीक है, ਤਾਂ ਦੋਨੋਂ 1 kg ਦੇ ਨੇ, ਦੋਨੋਂ ਹੀ ਆਇਰਨ ਦੇ ਬਣੇ ਹੋਏ ਨੇ। ਆ ਗਿਆ ਪੂਰਾ ਸਮਝ। लेकिन मैं इस ऑब्जेक्ट ਨੂੰ 1 डिग्री चेंज करना है, इस ऑब्जेक्ट ਨੂੰ 2 डिग्री चेंज करना है। अगर मैं इस ਨੂੰ ਜ਼ਿਆਦਾ ਹੀਟ ਅਪ ਕਰਨਾ ਚਾਹੁੰਦਾ ਤਾਂ ਮੈਨੂੰ ਇਸ ऑब्जेक्ट ਨੂੰ ਜ਼ਿਆਦਾ એનર્ਜੀ ਦੇਣੀ ਪਏਗੀ। ਇਹੀ ਬੋਲਿਆ ਸੀ ਪਹਿਲੇ ਵੀ। ਫਿਰ ਉਸ ਤੋਂ ਬਾਅਦ ਸੈਕੰਡ ਕੰਡੀਸ਼ਨ ਆਪਾਂ ਨੇ ਕੀ ਸਮਝੀ ਹੈ? ਇਹ ਵੀ 1 kg ਹੈ ਔਰ ਇਹ ਵਾਲਾ ਵੀ 1 kg ਹੈ ਨਾ। ਹੁਣ ਮਟੀਰੀਅਲ ਸਮਝਦੇ ਆ, ਇਹ ਆਇਰਨ ਹੈ ਔਰ ਇਹ ਕੀ ਹੈ? ਵੁੱਡ ਹੈ। ਇਹਨੂੰ ਵੀ 1 डिग्री ਚੇਂਜ ਕਰਨਾ ਹੈ, ਇਹਨੂੰ ਵੀ 1 डिग्री ਚੇਂਜ ਕਰਨਾ ਹੈ। ਮਟੀਰੀਅਲ ਬਦਲਣ ਤੇ ਵੀ ਡਿਪੈਂਡ ਕਰਦਾ ਹੈ ਕਿਹੜੇ ਮਟੀਰੀਅਲ ਗੁੱਡ ਕੰਡਕਟਰਸ ਨੇ ਔਰ ਕਿਹੜੇ ਮਟੀਰੀਅਲ ਬੈਡ ਕੰਡਕਟਰਸ ਨੇ। ਸਮਝ ਆ ਗਿਆ ਨਾ। ਤਾਂ ਵੁੱਡ ਨੂੰ 1 डिग्री ਚੇਂਜ ਕਰਨ ਵਾਸਤੇ ਮੈਨੂੰ ਵੁੱਡ ਨੂੰ ਜ਼ਿਆਦਾ ਹੀਟ ਦੇਣੀ ਪਏਗੀ, ਆਇਰਨ ਫਟਾਫਟ ਗਰਮ ਹੋ ਜਾਏਗਾ। ਠੀਕ ਹੈ, ਅਗਰ ਆਪਾਂ ਕੀ ਕਹਿੰਦੇ ਗਰਮੀਆਂ ਦੇ ਵਿੱਚ ਤੁਸੀਂ ਐਕਸਪੀਰੀਅੰਸ ਕਰਨਾ, ਗਰਮੀਆਂ ਦੇ ਵਿੱਚ ਕੜਾ ਪਾ ਕੇ ਅਗਰ ਐਕਟਿਵਾ ਚਲਾ ਰਿਹਾ ਤਾਂ ਕੜਾ ਗਰਮ ਹੋ ਜਾਂਦਾ ਹੈ। ਅਗਰ ਮੈਟਲ ਦੀ ਕੜੀ ਪਾਈ ਹੋਈ ਹੈ ਤਾਂ ਉਹ ਵੀ ਗਰਮ ਹੋ ਜਾਂਦੀ ਹੈ, ਜਿੱਥੇ ਆਪਣੇ ਕੱਪੜੇ ਹਾਲੇ ਇੰਨੇ ਗਰਮ ਨਹੀਂ ਹੋਏ ਹੁੰਦੇ। ਠੀਕ ਹੈ, ਮਤਲਬ ਆਪਣਾ ਕੜਾ ਮੈਟਲ ਦਾ ਹੁੰਦਾ ਹੈ, ਉਹ ਜਲਦੀ ਗਰਮ ਹੋ ਰਿਹਾ ਹੁੰਦਾ ਹੈ ਐਜ਼ ਕੰਪੇਅਰ ਟੂ ਕਲੋਥਸ। ਤਾਂ ਕਲੋਥਸ ਨੂੰ 1 डिग्री ਉੱਪਰ ਕਰਨ ਵਾਸਤੇ ਜ਼ਿਆਦਾ ਹੀਟ એનર્ਜੀ ਦੇਣੀ ਪਏਗੀ, ਮੈਟਲ ਜਲਦੀ ਹੋ ਜਾਏਗਾ। ਤਾਂ ਮੈਟਲ ਨੂੰ 1 डिग्री ਚੇਂਜ ਕਰਨ ਵਾਸਤੇ ਲੈਸ ਕੁਆਂਟੀਟੀ ਆਫ ਹੀਟ એનર્ਜੀ ਔਰ ਵੁੱਡ ਨੂੰ 1 डिग्री ਚੇਂਜ ਕਰਨ ਵਾਸਤੇ ਮੋਰ ਕੁਆਂਟੀਟੀ ਆਫ ਹੀਟ એનર્ਜੀ। ਸਮਝ ਆ ਗਿਆ ਪੂਰਾ। ਫਿਰ ਉਸ ਤੋਂ ਬਾਅਦ ਆਪਣਾ ਕੀ ਸਮਝਿਆ? ਮਾਸ। ਹੁਣ ਦੋਨੋਂ ਨੂੰ ਹੀ ਆਇਰਨ ਕਰ ਦਿੰਨੇ ਆ, ਦੋਨੋਂ 1 डिग्री ਔਰ ਇਹਨੂੰ ਕਰ ਦਿੰਨੇ ਆ 5 kg। ਇੱਕ 1 kg ਆਇਰਨ ਹੈ, ਇੱਕ 5 kg ਆਇਰਨ ਹੈ, ਦੋਨਾਂ ਨੂੰ 1 डिग्री ਚੇਂਜ ਕਰਨਾ ਹੈ। ਤਾਂ ਜਿਸ ਦਾ ਮਾਸ ਜ਼ਿਆਦਾ ਹੈ ਉਸ ਨੂੰ ਮੈਨੂੰ ਜ਼ਿਆਦਾ એનર્ਜੀ ਦੇਣੀ ਪਏਗੀ। ਤਾਂ ਹੀਟ એનર્ਜੀ ਇਹਨਾਂ ਤਿੰਨ ਚੀਜ਼ਾਂ ਦੇ ਉੱਪਰ ਡਿਪੈਂਡ ਕਰਦੀ ਹੈ। ਤਾਂ ਹੀਟ એનર્ਜੀ ਦਾ ਸਿੰਬਲ ਹੁੰਦਾ Q। ਠੀਕ ਹੈ, Q ਨੂੰ ਆਪਾਂ ਤਿੰਨ ਮਾਸ, ਮਟੀਰੀਅਲ, ਇਹ ਹਾਲੇ ਆਪਾਂ ਸਮਝਣਾ ਹੈ। ਠੀਕ ਹੈ, ਡੈਲਟਾ ਟੀ। ठीक है, ਇਹਦੇ ਬਾਰੇ ਹਾਲੇ ਥੋੜਾ ਜਿਹਾ ਧਿਆਨ ਨਾ ਦਿਓ। MC ਡੈਲਟਾ ਟੀ, C ਮਤਲਬ ਆਪਾਂ ਥੋੜੀ ਦੇਰ ਬਾਅਦ ਸਮਝਦੇ ਹਾਂ। ਠੀਕ ਹੈ, ਹਾਲੇ ਤਿੰਨ ਚੀਜ਼ਾਂ ਨੂੰ ਤੁਸੀਂ ਸਮਝ ਲਓ, ਮਾਸ, ਮਟੀਰੀਅਲ ਐਂਡ ਚੇਂਜ ਇਨ ਟੈਂਪਰੇਚਰ। ਇਹ ਤਿੰਨ ਚੀਜ਼ਾਂ ਦੇ ਉੱਪਰ ਕੰਬਾਈਨਡ ਇਫੈਕਟ ਦੇ ਉੱਪਰ ਡਿਪੈਂਡ ਕਰਦੀ ਹੈ ਵੀ ਕਿੰਨੀ ਕੁਆਂਟੀਟੀ ਆਫ ਹੀਟ ਦੇਣੀ ਪਏਗੀ। ਚਲੋ ਹੁਣ C ਦੇ ਬਾਰੇ। Q ਕੀ ਹੈ? Q ਹੀਟ એનર્ਜੀ। ਸਰ ਇੱਕ ਕੁਐਸਚਨ ਸੀਗਾ ਮੈਂ ਹਾਂ ਪੁੱਛ। ਆਇਸ ਨੂੰ ਛੇਤੀ ਜ਼ਿਆਦਾ, ਉਹ ਅਗਲਾ ਯੂਨਿਟ ਹੈ, ਹਾਲੇ ਇਸ ਚ ਨਹੀਂ ਆਏਗਾ। ਚਲੋ C ਦੇ ਬਾਰੇ ਪੜ੍ਹਦੇ ਹਾਂ। ਉਰੇ ਦੇਖੋ ਦੇਖੋ ਇਹ C ਆਇਆ ਕਿਵੇਂ। ਇੱਕ ਵਾਰ ਮੈਂ ਇੱਕ ਸਟੈਪ ਨਾ ਠੀਕ ਨਹੀਂ ਕੀਤਾ। ਇਹ ਨਾ ਐਵੇਂ ਹੈ, Q is directly proportional to mass। ਠੀਕ ਹੈ, and Q is directly proportional to change in temperature। ਠੀਕ ਹੈ, ਮਾਸ ਦੇ ਉੱਪਰ ਤੇ ਟੈਂਪਰੇਚਰ ਦੇ ਉੱਪਰ। ਅਗਰ ਮੈਂ ਇਹਨਾਂ ਦੋਨਾਂ ਨੂੰ ਕੰਬਾਈਨ ਕਰਦਾ ਤਾਂ M ਮਲਟੀਪਲਾਈ ਡੈਲਟਾ ਟੀ। ਠੀਕ ਹੈ, ਆ ਗਿਆ ਸਮਝ। ਫਿਰ ਇਹ ਜਿਹੜਾ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹੈ, ਇਹਨੂੰ ਡਿਲੀਟ ਕਰਨ ਲਈ ਉਰੇ ਮੈਂ ਇੱਕ ਕਾਂਸਟੈਂਟ ਲਗਾਤਾ C, M into ਡੈਲਟਾ ਟੀ। ਇਹ C ਕੀ ਹੈ? ਫਿਲਹਾਲ ਤਾਂ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ। ਫਿਜ਼ਿਕਸ ਦੇ ਵਿੱਚ ਜਦੋਂ ਵੀ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਆਉਂਦਾ ਹੈ, ਉਹਨੂੰ ਡਿਲੀਟ ਕਰਕੇ ਇੱਕ ਕਾਂਸਟੈਂਟ ਲਗਾਉਣਾ ਹੁੰਦਾ ਹੈ। ਤਾਂ ਉਹ ਕਾਂਸਟੈਂਟ ਲਗਾਇਆ C। ਹੁਣ C ਦੇ ਬਾਰੇ ਪੜਾਂਗੇ। C ਕੀ ਚੀਜ਼ ਹੈ? ਚਲੋ ਪੜੋ। ਇਹ ਇੱਥੇ ਆ ਨੀਚੇ, where C ਤੋਂ। where C is the constant of proportionality which is called specific heat capacity of a substance। it is characteristic substance and different for different substances। ਇਹ ਕੀ ਕਹਿੰਦਾ ਹੈ? specific heat capacity ਦਾ ਕੀ ਮਤਲਬ ਹੈ? ਇਹ ਹਰ ਸਬਸਟੈਂਸ ਦੀ ਉਹ ਕਹਿ ਰਿਹਾ ਡਿਫਰੈਂਟ ਹੁੰਦੀਆਂ ਨੇ। ਜਿਵੇਂ ਕੀ ਨੇ, ਮੈਂ ਤੁਹਾਨੂੰ ਵੁੱਡ ਔਰ ਆਇਰਨ ਦੀ ਐਗਜ਼ਾਮਪਲ ਦਿੱਤੀ ਸੀ। ਵੁੱਡ ਨੂੰ 1 डिग्री ਚੇਂਜ ਕਰਨ ਵਾਸਤੇ ਅਲੱਗ ਅਮਾਉਂਟ ਦੀ ਹੀਟ ਦੇਣੀ ਪੈਂਦੀ ਹੈ, ਆਇਰਨ ਨੂੰ 1 डिग्री ਚੇਂਜ ਕਰਨ ਵਾਸਤੇ ਅਲੱਗ ਅਮਾਉਂਟ ਦੀ ਹੀਟ ਦੇਣੀ ਪੈਂਦੀ ਹੈ।
ਤਾਂ ਜਿੰਨੀ ਹੀਟ એનર્ਜੀ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹੋ ਟੈਂਪਰੇਚਰ ਚੇਂਜ ਕਰਨ ਵਾਸਤੇ, ਉਸ ਹੀਟ એનર્ਜੀ ਨੂੰ ਬੋਲਦੇ ਆ ਸਪੈਸੀਫਿਕ ਹੀਟ એનર્ਜੀ। ਮਤਲਬ ਸਪੈਸੀਫਿਕਲੀ ਅਲੱਗ-ਅਲੱਗ ਮਟੀਰੀਅਲਸ ਵਾਸਤੇ ਅਲੱਗ-ਅਲੱਗ ਹੀਟ એનર્ਜੀ ਦੇਣੀ ਪੈਂਦੀ ਹੈ ਟੈਂਪਰੇਚਰ ਨੂੰ ਚੇਂਜ ਕਰਨ ਵਾਸਤੇ। ਸਮਝ ਆ ਗਿਆ ਤੁਹਾਨੂੰ? ਕਲੀਅਰ? ਹੁਣ ਕੋਈ ਡਾਊਟ ਹੈ ਤਾਂ ਹੁਣ ਪੁੱਛ ਲਓ ਸੀ ਦੇ ਬਾਰੇ।